ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਔਰ ਸਾਡੇ ਇੱਥੇ ਸਾਹਪੁਰੇ ਗੁਰਦੁਆਰੇ ਦੇ ਵਿੱਚ ਸਰਦਾਰ ਅਵਤਾਰ ਸਿੰਘ ਜੀ ਸਾਡੇ ਪ੍ਰਧਾਨ ਹਨ, ਜਿਹੜੇ ਉਹ ਬੜੇ ਉੱਚੇ ਪੱਧਰ 'ਤੇ ਇਸ ਦਿਹਾੜੇ ਨੂੰ ਮਨਾਉਂਦੇ ਹਨ। ਉਹਨਾਂ ਦੇ ਨਾਲ ਉਹਨਾਂ ਦੇ ਸੈਕਟਰੀ ਸਾਹਿਬ ਔਰ ਉਹਨਾਂ ਦੀ ਸਮੁੱਚੀ ਟੀਮ ਬੜੇ ਸੁਚੱਜੇ ਢੰਗ ਦੇ ਨਾਲ ਕਈ ਸਾਲਾਂ ਤੋਂ ਇਹ ਮਨਾਉਂਦੇ ਆ ਰਹੇ ਹਨ। ਇਹ ਵਧਾਈ ਦੇ ਪਾਤਰ ਵੀ ਹਨ ਪ੍ਰਧਾਨ ਜੀ। ਸੋ ਗੱਲ ਇਹ ਆ ਵੀ ਇਹ ਜਿਹੜੀ ਸ਼ਹਾਦਤ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਦਿੱਤੀ ਹੈ, ਇਹ ਥੋੜ੍ਹਾ ਜਿਹਾ ਇਤਿਹਾਸ ਸਾਡੀ ਆਉਣ ਵਾਲੀ ਪਨੀਰੀ ਨੂੰ ਸਾਡਾ ਦੱਸਣਾ ਬਹੁਤ ਜ਼ਰੂਰੀ ਹੈ, ਤਾਂ ਕਿ ਆਉਣ ਵਾਲੀ ਪਨੀਰੀ ਸਾਡੀ ਹੈ ਜਿਹੜੀ ਉਹ ਸਿੱਖੀ ਵੱਲ ਸਿੰਘ ਸੱਜਣ ਅਤੇ ਸਿੱਖ ਬਣਨ। ਮੈਂ ਸ਼ੁਰੂ ਕਰਾਂਗਾ ਉੱਥੋਂ 20 ਦਸੰਬਰ 1704 ਸਤਿਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਨੰਦਪੁਰ ਛੱਡਣਾ ਪਿਆ। ਉਹਨਾਂ ਦੇ ਨਾਲ 4 ਸਾਹਿਬਜ਼ਾਦੇ 5 ਪਿਆਰੇ, ਮਾਤਾ ਗੁਜਰ ਕੌਰ ਜੀ, ਮਾਤਾ ਸਾਹਿਬ ਦੇਵਾਂ ਜੀ, ਮਾਤਾ ਸੁੰਦਰੀ ਜੀ ਔਰ ਕੁਝ ਸਿੰਘ ਸਾਹਿਬਾਨ, ਇਹ ਸਾਰੇ ਅਨੰਦਪੁਰ ਸਾਹਿਬ ਤੋਂ ਨਿਕਲ ਕੇ ਆਏ। ਜਦੋਂ ਸਵੇਰ ਹੋਈ ਤਾਂ ਵਜ਼ੀਰ ਖਾਨ ਨੇ ਦੇਖਿਆ ਕਿ ਬਈ ਇੱਥੇ ਗੁਰੂ ਗੋਬਿੰਦ ਸਿੰਘ ਜੀ ਤਾਂ ਚਲੇ ਗਏ ਹਨ, ਅਤੇ ਉਹਨਾਂ ਨੇ ਆਪਣੀਆਂ ਫੌਜਾਂ ਨੂੰ ਉਹਨਾਂ ਦੇ ਪਿੱਛੇ ਲਾ ਦਿੱਤਾ। ਗੁਰੂ ਸਾਹਿਬ ਸਰਸਾ ਤੱਕ ਪਹੁੰਚੇ ਸਨ ਅਤੇ ਪਿੱਛੋਂ ਇਹਨਾਂ ਨੇ ਧਾਵਾ ਬੋਲ ਕੇ ਅਤੇ ਉੱਥੇ ਗਹਿ ਗੱਚ ਜੰਗ ਹੋਈ, ਜਿਹਦੇ 'ਚ ਭਾਈ ਉਦੈ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਉਹਦੇ ਬਾਅਦ ਭਾਈ ਜੀਵਨ ਸਿੰਘ ਜੀ ਲੜਦੇ ਹੋਏ ਮੁਗਲਾਂ ਦੇ ਨਾਲ ਉਹ ਵੀ ਸ਼ਹੀਦ ਹੋ ਗਏ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਦਾ ਸਾਰਾ ਪਰਿਵਾਰ, ਕਿਉਂਕਿ ਸਰਸਾ ਨਦੀ 'ਚ ਹੜ੍ਹ ਬਹੁਤ ਆਇਆ ਹੋਇਆ ਸੀ, ਸਾਰਾ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇੱਕ ਹਿੱਸੇ ਦੇ ਵਿੱਚ ਗੁਰੂ ਸਾਹਿਬ ਔਰ ਵੱਡੇ ਸਾਹਿਬਜ਼ਾਦੇ ਔਰ ਉਹਨਾਂ ਦੇ ਨਾਲ ਕੋਈ ਸਿੰਘ, ਅਤੇ ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ, ਔਰ ਤੀਜੇ ਪਾਸੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਅਤੇ ਭਾਈ ਮਨੀ ਸਿੰਘ ਜੀ। ਇਹ 3 ਹਿੱਸਿਆਂ ਦੇ ਵਿੱਚ ਪਰਿਵਾਰ ਦਾ ਸਾਰਾ ਵਿਛੋੜਾ ਪੈ ਗਿਆ। ਗੁਰੂ ਸਾਹਿਬ ਰੋਪੜ ਵੱਲ ਚਲੇ ਗਏ। ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕਰਕੇ ਉਹ ਪਿੰਡ ਖੇੜੀ ਗੰਗੂ ਬਾਹਮਣ ਦੇ ਪਿੰਡ ਜਾ ਪਹੁੰਚੇ। ਸਾਡੇ ਕਹਿਣ ਤੋਂ ਭਾਵ ਇਹ ਹੈ ਕਿ ਜੋ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਗਹਿ ਗੱਚ ਜੰਗ ਵਿੱਚ ਆਪਣੀਆਂ ਸ਼ਹੀਦੀਆਂ ਪਾਈਆਂ, ਉਹਨਾਂ ਦੀ ਲਾਸਾਨੀ ਸ਼ਹਾਦਤ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਹੈ, ਜਿਹਨੂੰ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਬਹੁਤ ਦੱਸਣਾ ਚਾਹੁੰਦੇ ਹਾਂ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਜ਼ੀਰ ਖਾਨ ਦੀ ਈਨ ਨਾ ਮੰਨੀ ਔਰ ਤਗੜੇ ਹੋ ਕੇ ਉਹਨਾਂ ਨੇ ਆਖਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਹਾਂ, ਅਸੀਂ ਸ਼ਹੀਦੀਆਂ ਪਾ ਦਿਆਂਗੇ ਮਗਰ ਤੇਰੀ ਈਨ ਨਹੀਂ ਮੰਨਾਂਗੇ। ਇਹ ਬਹੁਤ ਵੱਡੀ ਛੋਟੀ ਉਮਰ ਦੇ 7 ਔਰ 9 ਸਾਲ ਦੇ ਬੱਚੇ ਜਿਨ੍ਹਾਂ ਨੇ ਸਾਨੂੰ ਇਹ ਸਬਕ ਸਿਖਾਇਆ ਗੁਰਸਿੱਖੀ ਵਿੱਚ ਰਹਿਣ ਦਾ, ਅਤੇ ਅਸੀਂ ਸਿੱਖੀ ਤੋਂ ਪਰੇ ਹੁੰਦੇ ਜਾਂਦੇ ਹਾਂ। ਮੈਂ ਦੱਸਣਾ ਚਾਹਾਂਗਾ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜਦੋਂ ਜੰਗ ਵਿੱਚ ਗਏ, ਸੱਚੇ ਪਾਤਸ਼ਾਹ ਨੇ ਖੁਦ ਉਹਨਾਂ ਨੂੰ ਭੇਜਿਆ ਔਰ ਕਿਹਾ ਵੀ ਬੇਟਾ ਜਾਓ, ਕਿਉਂਕਿ ਮੇਰੇ ਸਾਰੀ ਸੰਗਤ ਸਾਹਿਬਜ਼ਾਦੇ ਹਨ। ਸੰਗਤਾਂ ਨੇ ਬਹੁਤ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਆਪ ਇੱਥੋਂ ਚਮਕੌਰ ਦੀ ਗੜੀ 'ਚੋਂ ਨਿਕਲ ਜਾਓ, ਪਰ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ, ਇਸ ਕਰਕੇ ਮੈਂ ਆਪਣੇ ਅਜੀਤ ਸਿੰਘ ਸਾਹਿਬਜ਼ਾਦੇ ਨੂੰ ਜੰਗ ਵਿੱਚ ਭੇਜ ਰਿਹਾ ਹਾਂ। ਉਹਦੇ ਵਿੱਚ ਜਾ ਕੇ ਉਹਨਾਂ ਨੇ ਬਹੁਤ ਮੁਗਲਾਂ ਦੇ ਸਿਰ ਲਾਏ ਔਰ ਸ਼ਹੀਦੀ ਪ੍ਰਾਪਤ ਕੀਤੀ। ਉਹਦੇ ਬਾਅਦ ਜੋਰਾਵਰ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਕੋਲੋਂ ਅਰਜ਼ ਕੀਤੀ ਕਿ ਮੈਨੂੰ ਵੀ ਭੇਜੋ ਸੱਚੇ ਪਾਤਸ਼ਾਹ ਜੀ। ਉਹ ਵੀ ਗਏ, ਉਹ ਵੀ ਜੂਝਦੇ ਹੋਏ ਗਹਿ ਗੱਚ ਲੜਾਈ ਹੋਈ, ਜੰਗ ਹੋਈ, ਖੂਨ ਨਾਲ ਧਰਤੀ ਸਾਰੀ ਰੰਗੀ ਗਈ। ਜੋਰਾਵਰ ਸਿੰਘ ਨੇ ਆਪਣੇ ਜ਼ੋਹਰ ਦਿਖਾਏ ਔਰ ਸ਼ਹੀਦੀ ਪ੍ਰਾਪਤ ਕੀਤੀ। ਔਰ ਦੂਸਰੇ ਪਾਸੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਠੰਡੇ ਬੁਰਜ ਵਿੱਚ ਰਹਿ ਕਰਕੇ ਵਜ਼ੀਰਗਾਂ ਦੀ ਕਚਹਿਰੀ ਵਿੱਚ ਪੇਸ਼ ਹੋਏ ਔਰ ਬੜੇ ਇੱਕ ਜੋਸ਼ ਖਰੋਸ਼ ਦੇ ਨਾਲ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ। ਦੁਨੀਆ ਦੇ ਵਿੱਚ ਕੋਈ ਐਸੀ ਸ਼ਹਾਦਤ ਇਹੋ ਜਿਹੀ ਨਹੀਂ ਹੋਈ ਕਿ ਜਿਹੜੀ ਇਹੋ ਜਿਹੀ ਬੱਚਿਆਂ ਦੀ ਸ਼ਹਾਦਤ ਹੋਈ ਹੋਵੇ। ਮੈਨੂੰ ਯਾਦ ਆ ਰਿਹਾ ਹੈ ਈਸਾ ਮਸੀਹ, ਜਿਨ੍ਹਾਂ ਨੂੰ ਕ੍ਰਿਸਮਸ ਅੱਜ ਕੱਲ੍ਹ ਮਨਾ ਰਹੇ ਹਨ,
ਈਸਾ ਮਸੀਹ ਦੇ 13 ਭਗਤ ਸਨ, 13 ਚੇਲੇ ਸਨ। ਜਦੋਂ ਉਹਨੂੰ ਸੂਲੀ 'ਤੇ ਚੜ੍ਹਾਇਆ ਗਿਆ ਤੇ ਉਹਨਾਂ ਨੂੰ ਰਾਜੇ ਦੇ ਸੈਨਿਕਾਂ ਨੇ ਪੁੱਛਿਆ ਉਹਨਾਂ 13 ਬੰਦਿਆਂ ਨੂੰ ਕਿ ਭਾਈ ਤੁਹਾਨੂੰ ਇੱਦਾਂ ਸ਼ਹੀਦ ਕਰ ਦਿੱਤਾ ਜਾਏਗਾ, ਤੁਸੀਂ ਇਹਨੂੰ ਛੱਡ ਦਿਓ ਈਸਾ ਮਸੀਹ ਨੂੰ। ਤੇ ਉਹ ਛੱਡ ਕੇ ਨੱਸ ਗਏ। ਮੇਰੇ ਕਹਿਣ ਤੋਂ ਭਾਵ ਹੈ ਗੁਰੂ ਗੋਬਿੰਦ ਸਿੰਘ ਨੇ ਐਸੀ ਸਪਿਰਿਟ ਸਿੱਖਾਂ ਦੇ ਵਿੱਚ ਭਰੀ ਹੈ ਵੀ ਮੌਤ ਨੂੰ ਤਲੀ ਦੇ ਉੱਤੇ ਲੈ ਕੇ ਤੁਰੇ ਫਿਰਦੇ ਹਨ। ਸੱਚੇ ਪਾਤਸ਼ਾਹ ਨੇ ਜਦੋਂ ਬੰਦੂਕ ਦਾ ਨਿਸ਼ਾਨਾ ਲੈਣਾ ਚਾਹਾ ਜਾਂ ਢਾਲ ਦਾ ਨਿਸ਼ਾਨਾ ਲੈਣਾ ਚਾਹਾ ਤੇ ਗੁਰਸਿੱਖ ਭੱਜ ਭੱਜ ਕੇ ਆਉਂਦੇ ਸਨ ਕਿ ਸ਼ਹੀਦੀ ਪਹਿਲੋਂ ਮੈਂ ਦਿਆਂਗਾ। ਸੱਚੇ ਪਾਤਸ਼ਾਹ ਨੇ ਆਵਾਜ਼ ਮੈਨੂੰ ਮਾਰੀ ਹੈ, ਮੈਨੂੰ ਹੁਕਮ ਕੀਤਾ ਹੈ, ਮੈਂ ਅੱਗੇ ਜਾਵਾਂਗਾ। ਇਹੋ ਜਿਹੀਆਂ ਸ਼ਹਾਦਤਾਂ ਕਿਤੇ ਮਿਲਦੀਆਂ ਨਹੀਂ ਹਨ। ਆਪਾਂ ਵੇਖਦੇ ਹਾਂ ਬਾਬਾ ਬੰਦਾ ਸਿੰਘ ਦੀ ਬਹਾਦਰ ਦੀ ਸ਼ਹਾਦਤ, ਇੱਕ ਲਾਸਾਨੀ ਸ਼ਹਾਦਤ, ਛੋਟੇ ਜਿਹੇ ਬੱਚੇ ਦਾ ਉਹਦੇ ਆਪਣੇ ਬੱਚੇ ਦਾ ਕਲੇਜਾ ਉਹਦੇ ਮੂੰਹ 'ਚ ਪਾਇਆ। ਏਡੀ ਵੱਡੀ ਸ਼ਹਾਦਤ ਜਿਹਦੇ ਪਿੱਛੇ ਵਿਚਾਰਧਾਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸੀ। ਅਗਰ ਦੇਖੀਏ ਤਾਂ ਮਹਾਰਾਜਾ ਰਣਜੀਤ ਸਿੰਘ ਜਿਹਨੇ ਖਾਲਸਾ ਰਾਜ ਸੁਤੰਤਰ ਖਾਲਸਾ ਰਾਜ ਦੀ ਨੀਂਹ ਰੱਖੀ, ਉਹਦੇ ਪਿੱਛੇ ਵੀ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਸੀ। ਐਡੀ ਵਿਚਾਰਧਾਰਾ ਤਗੜੀ, ਇੱਕ ਰਸੋਈਏ ਤੋਂ ਵੱਡੇ ਦੁਸ਼ਮਣਾਂ ਨੂੰ ਜੰਗ ਦੇ ਵਿੱਚ ਖਤਮ ਕਰਵਾ ਦੇਣਾ, ਇਹ ਸਤਿਗੁਰੂ ਗੋਬਿੰਦ ਸਿੰਘ ਹੀ ਕਰ ਸਕਦੇ ਸਨ। ਜਿਹੜੀਆਂ ਜਾਤਾਂ ਬਹੁਤ ਨੀਵੀਆਂ ਜਾਤਾਂ ਸਨ ਉਹਨਾਂ ਨੂੰ ਉਚੇਰਾ ਕੀਤਾ, ਔਰ ਉਹਨਾਂ ਨੂੰ ਜਿਨ੍ਹਾਂ ਨੂੰ ਫਟਕਾਰਿਆ ਜਾਂਦਾ ਸੀ, ਦੁਤਕਾਰਿਆ ਜਾਂਦਾ ਸੀ, ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਰਾਜਿਆਂ ਦੇ ਸਾਹਮਣੇ ਖੜਾ ਕਰਕੇ ਰਾਜਿਆਂ ਨੂੰ ਮਰਵਾਇਆ, ਦੁਸ਼ਟਾਂ ਨੂੰ ਮਰਵਾਇਆ। ਇਹੋ ਜਿਹਾ ਗੁਰੂ ਗੋਬਿੰਦ ਸਾਡਾ ਐਡਾ ਵੱਡਾ ਸਪਿਰਿਟ ਭਰੀ ਸੱਚੇ ਪਾਤਸ਼ਾਹੀ ਨੇ। ਅੱਜ ਸਾਰੀ ਦੁਨੀਆ ਸਾਡਾ ਲੋਹਾ ਮੰਨਦੀ ਹੈ ਅਤੇ ਸਾਨੂੰ ਜਿਹੜੀਆਂ ਕੌਮਾਂ ਸ਼ਹਾਦਤਾਂ ਨੂੰ ਯਾਦ ਰੱਖਦੀਆਂ ਹਨ ਉਹ ਹੀ ਜਿਉਂਦੀਆਂ ਰਹਿੰਦੀਆਂ ਹਨ, ਵਰਨਾ ਕੋਈ ਵੀ ਕੌਮ ਨਹੀਂ ਜਿੰਦਾ ਰਹਿ ਸਕਦੀ। ਇਸ ਕਰਕੇ ਅਸੀਂ ਪੂਰੇ ਸੰਸਾਰ ਦੇ ਵਿੱਚ ਮਾਤਰ 2% ਹਾਂ, ਪਰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਉਹਨਾਂ ਦੀਆਂ ਸ਼ਹਾਦਤਾਂ, ਉਹਨਾਂ ਦੇ ਬੱਚਿਆਂ ਦੀਆਂ ਸ਼ਹਾਦਤਾਂ ਦੇ ਨਾਲ ਅਸੀਂ ਜਿਉਂਦੇ ਫਿਰਦੇ ਹਾਂ। ਔਰ ਵਰਲਡ ਦੇ ਵਿੱਚ ਸਾਡਾ ਇੱਕ ਰੁਤਬਾ ਹੈ, ਇੱਕ ਨਾਂ ਹੈ। ਸੁਣਿਆ ਜਾਂਦਾ ਸੀ ਕਿ ਪਰਸ਼ੁਰਾਮ ਦੇ ਕੁਹਾੜੇ ਅੱਗੇ ਕੋਈ ਟਿਕਿਆ ਨਹੀਂ, ਪਰ ਮੈਂ ਸਮਝਦਾ ਗੁਰੂ ਗੋਬਿੰਦ ਸਿੰਘ ਦੇ ਤਲਵਾਰ ਦੇ ਸਾਹਮਣੇ ਵੀ ਕੋਈ ਠਹਿਰਿਆ ਨਹੀਂ। ਇਸ ਕਰਕੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਇੱਕ ਮਦਨ ਮੋਹਨ ਮਾਲਵੀਆ ਜੀ ਹੋਵੇ ਹਨ, ਉਹਨਾਂ ਦੇ ਲਫ਼ਜ਼ਾਂ 'ਚ ਮੈਂ ਆਪ ਜੀ ਨੂੰ ਦੱਸਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਬਾਰੇ ਉਹਨਾਂ ਨੇ ਲਿਖਿਆ ਕਿ ਇੱਕ ਸੰਤ ਸਨ, ਸਿਪਾਹੀ ਸਨ, ਯੋਧੇ ਸਨ, ਇੱਕ ਫਕੀਰ ਸਨ, ਇੱਕ ਸਟੇਟਸਮੈਨ ਸਨ, ਇੱਕ ਦਇਆਵਾਨ ਸਨ, ਇੱਕ ਕਰਾਮਾਤੀ ਸਨ, ਇੱਕ ਰੂਹਾਨੀ ਸੰਤ ਸਨ, ਇੱਕ ਪੰਥ ਰੋਚਕ ਸਨ। ਔਰ ਉਹਨੇ ਇਹ ਵੀ ਦੱਸਿਆ ਕਿ ਉਹ ਤੀਰਅੰਦਾਜ਼ ਦੇ ਬਹੁਤ ਵੱਡੇ ਤੀਰਅੰਦਾਜ਼ ਸਨ, ਘੋੜਸਵਾਰ ਸਨ। 42 ਸਾਲ ਦੀ ਮਹਿਜ ਉਮਰ ਦੇ ਵਿੱਚ ਉਹਨਾਂ ਨੇ ਇੰਨੇ ਕੰਮ ਕਰ ਵਿਖਾਏ, ਇੰਨੇ ਕਾਰਨਾਮੇ ਕੀਤੇ, ਇੰਨੇ ਯੁੱਧ ਲੜੇ, ਇੰਨੇ ਪੰਥ ਰਚ ਦਿੱਤੇ, ਕਵੀ ਦਰਬਾਰ ਲਾਉਣੇ, ਲੋਕਾਂ 'ਚ ਐਸੀ ਸਿਵਟ ਭਰੀ, ਜਿਹੜੇ ਬਿਲਕੁਲ ਨੀਵੇਂ ਲੋਕ ਸਨ ਉਹਨਾਂ ਨੂੰ ਚੇਰਾ ਕੀਤਾ। ਔਰ ਇਹੋ ਜਿਹਾ ਗੁਰੂ ਗੋਬਿੰਦ ਸਿੰਘ ਸਾਡਾ ਗੁਰੂ। ਅਤੇ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ, ਸਿੱਖੀ ਕਿਹੜੇ ਪਾਸੇ ਜਾ ਰਹੀ ਆ, ਸਾਨੂੰ ਉਹਨਾਂ ਸਿੱਖਿਆ ਲੈਣੀ ਚਾਹੀਦੀ ਆ। ਅਸੀਂ ਹੋਰ ਮਤ ਜੀਵੜਿਆਂ ਦੇ ਬੱਚੇ ਹਾਂ। ਬਾਬਾ ਦੀਪ ਸਿੰਘ ਵਰਗੇ ਸ਼ਹੀਦ, ਭਾਈ ਮਨੀ ਸਿੰਘ ਵਰਗੇ ਇਹੋ ਜਿਹੇ ਯੋਧੇ ਸਾਡੇ ਪੰਥ ਵਿੱਚ ਹੋਏ ਹਨ। ਉਹ ਸਿਫਤ ਗੁਰੂ ਗੋਬਿੰਦ ਸਿੰਘ ਦੀ ਭਰੀ ਹੋਈ ਹੈ। ਤੋ ਮੈਂ ਇਹ ਕਹਿਣਾ ਚਾਹਾਂਗਾ ਸਾਧ ਸੰਗਤ ਜੀ, ਆਪਣੇ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਲਾਈਏ। ਸਿੱਖੀ ਤੋਂ ਅਸੀਂ ਪਰੇ ਹੁੰਦੇ ਜਾਂਦੇ ਹਾਂ। ਅਸੀਂ ਐਸੇ ਗੁਰੂ ਦੇ ਸਿੱਖ ਹਾਂ ਜਿਹਨੇ ਵਰਲਡ ਦੇ ਵਿੱਚ ਆਪਣਾ ਨਾਂ ਸਾਡਾ ਚੱਲਦਾ ਹੈ ਅਤੇ ਸਾਨੂੰ ਕੋਈ ਗਿਰਾ ਨਹੀਂ ਸਕਦਾ। ਅਸੀਂ ਚੜ੍ਹਦੀ ਕਲਾ ਦੇ ਸੂਚਕ ਹਾਂ। ਸੱਚੇ ਪਾਤਸ਼ਾਹ ਜੀ ਨੇ ਜੋ ਜ਼ਫਰਨਾਮਾ ਲਿਖਿਆ ਔਰੰਗਜ਼ੇਬ ਨੂੰ, ਇੱਕ ਚੜ੍ਹਦੀ ਕਲਾ ਦਾ ਸੂਚਕ ਸੀ। ਬਹੁਤ ਵੱਡੀ ਇੱਕ ਮਾਰ ਪਈ ਉਹਨੂੰ, ਔਰੰਗਜ਼ੇਬ ਨੂੰ। ਉਹ ਜ਼ਫਰਨਾਮਾ ਪੜ੍ਹਦਿਆਂ ਸਾਰੀ ਬਿਮਾਰ ਹੋ ਗਿਆ ਅਤੇ ਕੁਛ ਦਿਨਾਂ ਵਿੱਚ ਉਹਦਾ ਚਲਾਣਾ ਹੋ ਗਿਆ। ਤੋ ਗੁਰੂ ਗੋਬਿੰਦ ਸਿੰਘ ਦੀ ਕਿਆ ਬਾਤ ਕਰੀਏ, ਕੋਈ ਕਰ ਨਹੀਂ ਸਕਦੇ। ਇੱਕ ਬੁੱਲੇ ਸ਼ਾਹ ਫਕੀਰ ਹੋਇਆ ਕਸੂਰ ਸ਼ਹਿਰ ਦਾ, ਉਹਦਾ ਪਿੰਡ ਪਾਡੋਕੇ ਉਹਦਾ ਨਾਲ ਪਿੰਡ ਸੀਗਾ, ਅਤੇ ਉਹ ਬਹੁਤ ਵੱਡਾ ਫਕੀਰ ਸੀ ਔਰ ਲੇਖਕ ਵੀ ਸੀ, ਕਵੀ ਵੀ ਸੀ। ਉਸਨੇ ਲਿਖਿਆ, ਨਾ ਬਾਹਰ ਕਹੂੰ ਜਬ ਕੀ, ਨਾ ਬਾਹਰ ਕਹੂੰ ਤਬ ਕੀ, ਗਰਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੋਦੀ ਸਭ ਕੀ। ਇਹ ਬਹੁਤ ਵੱਡੀਆਂ ਕੁਰਬਾਨੀਆਂ, ਕਿਉਂਕਿ ਉਹ ਸਮਕਾਲੀਨ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਮਕਾਲੀਨ ਰਿਹਾ। 1680 ਤੋਂ
1753 ਤੱਕ ਉਹਦੀ ਜ਼ਿੰਦਗੀ ਰਹੀ ਆ। ਉਹਨੇ ਬਹੁਤ ਕੁਝ ਸਤਿਗੁਰੂ ਜੀ ਬਾਰੇ ਲਿਖਿਆ ਹੈ, ਬਹੁਤ ਵੱਡੀਆਂ ਗੱਲਾਂ ਲਿਖੀਆਂ ਹਨ। ਔਰ ਮੈਂ ਇਹ ਸਮਝਦਾ ਕਿ ਅਗਰ ਗੁਰੂ ਗੋਬਿੰਦ ਸਿੰਘ ਦੀ ਸ਼ਹੀਦੀ ਔਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਤੇਗ ਬਹਾਦਰ ਨੂੰ ਪਹਿਲੋਂ ਉਹਨਾਂ ਨੇ ਸੱਚੇ ਪਾਤਸ਼ਾਹ ਨੇ ਭੇਜ ਕੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਪ੍ਰੇਰਿਤ ਕੀਤਾ, ਔਰ ਉਸ ਤੋਂ ਬਾਅਦ ਆਪਣੇ ਸਾਰੇ ਬੱਚੇ ਔਰ ਸਿੰਘ ਸਾਹਿਬ ਨੂੰ ਆਪਣੀ ਅੱਖੀਂ ਸਭ ਨੂੰ ਸ਼ਹੀਦੀਆਂ ਪਾਉਂਦੇ ਹੋਏ ਦੇਖਿਆ। ਇਹ ਬਹੁਤ ਵੱਡੀ ਗੱਲ ਹੁੰਦੀ ਆ। ਤੋ ਇੰਨਾ ਵੱਡਾ ਕਲੇਜਾ, ਇੰਨੀ ਵੱਡੀ ਸ਼ਕਤੀ ਇਹ ਗੁਰੂ ਗੋਬਿੰਦ ਸਿੰਘ ਦੇ ਵਿੱਚ, ਅਸੀਂ ਉਹਨਾਂ ਨੂੰ ਨਮਸਤਕ ਹੁੰਦੇ ਹਾਂ। ਔਰ ਜੋ ਉਹਨਾਂ ਦੇ ਬੱਚਿਆਂ ਨੇ ਸ਼ਹੀਦੀਆਂ ਦਿੱਤੀਆਂ ਹਨ, ਅਸੀਂ ਉਹਨਾਂ ਨੂੰ ਵੀ ਨਮਸਤਕ ਹੁੰਦੇ ਹਾਂ। ਇੰਨਾ ਕੁਛ ਕਹਿ ਕੇ ਮੈਂ ਆਪ ਤੋਂ ਮਾਫੀ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। का खालसा